ਗੁਰਦੁਆਰਾ ਕਰਮਸਰ ਰਾੜਾ ਸਾਹਿਬ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ। ਇਹ ਪਵਿੱਤਰ ਸਥਾਨ ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਅਤਾਂ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੀ ਤਪੋ ਭੂਮੀ ਹੈ, ਜਿੱਥੇ ਉਹਨਾਂ ਨੇ ਅਣਥੱਕ ਘਾਲਣਾ ਘਾਲੀ ਅਤੇ ਮਹਾਨ ਤਪ ਕੀਤਾ। ਪੰਜ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਤੋਂ ਵਰੋਸਾਏ ਹੋਏ ਮਹਾਂਪੁਰਖਾਂ ਵਿੱਚੋਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਂ 'ਤੇ ਇਸ ਪਵਿੱਤਰ ਅਸਥਾਨ ਦਾ ਨਾਂ ਕਰਮਸਰ ਰਾੜਾ ਸਾਹਿਬ ਰੱਖਿਆ ਗਿਆ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਰਾਮਪੁਰ ਵਾਲਿਆਂ ਦੀ ਹਜ਼ੂਰੀ ਵਿੱਚ ਰਹਿ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਸਿਮਰਨ ਅਤੇ ਸੇਵਾ ਕਰਦਿਆਂ ਵੈਰਾਗਮਈ ਦਸ਼ਾ ਵਿੱਚ ਸਮਾਂ ਗੁਜ਼ਾਰਿਆ। ਸੰਤ ਬਾਬਾ ਅਤਰ ਸਿੰਘ ਜੀ ਪਾਸੋਂ ਕੀਰਤਨ ਅਤੇ ਮਾਨਵਤਾ ਦੀ ਸੇਵਾ ਦਾ ਵਰਦਾਨ ਪ੍ਰਾਪਤ ਕੀਤਾ। 9 ਮਾਘ 1927 ਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਮਗਰੋਂ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਪਿੰਡ ਰਾੜਾ ਸਾਹਿਬ ਵਿਖੇ ਪਹੁੰਚੇ। ਪਿੰਡ ਰਾੜੇ ਦੀ ਢੱਕੀ ਨੂੰ ਆਪਣੀ ਤਪੋ ਭੂਮੀ ਬਣਾ ਲਿਆ। ਸੰਗਤਾਂ ਦੀ ਆਵਾਜਾਈ ਸ਼ੁਰੂ ਹੋਣ ਕਰਕੇ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਹੋ ਗਿਆ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਣ ਲੱਗਾ। ਤਕਰੀਬਨ 9 ਸਾਲ ਆਪ ਜੀ ਨੇ ਇਸ ਢੱਕੀ ਵਿੱਚ ਡੇਰਾ ਰੱਖਿਆ। ਸੰਨ 1936 ਵਿੱਚ ਮੌਜੂਦਾ ਅਸਥਾਨ ਆਬਾਦ ਕੀਤਾ। ਅਸਥਾਨ ਵਾਸਤੇ ਕੁਝ ਜ਼ਮੀਨ ਇਲਾਕੇ ਦੀਆਂ ਸੰਗਤਾਂ ਵੱਲੋਂ ਦਿੱਤੀ ਗਈ ਅਤੇ ਬਾਕੀ ਜ਼ਮੀਨ ਮੁੱਲ ਖਰੀਦ ਕੇ ਖੇਤੀ ਦੀ ਸੇਵਾ ਸ਼ੁਰੂ ਕੀਤੀ ਗਈ। ਮਹਾਂਪੁਰਖਾਂ ਦੀ ਤਪੱਸਿਆ ਦੀ ਨਿਸ਼ਾਨੀ ਇੱਕ ਖੂਹੀ ਅੱਜ ਵੀ ਉੱਥੇ ਮੌਜੂਦ ਹੈ, ਜਿਹੜੀ ਗੁਰਦੁਆਰਾ ਸਾਹਿਬ ਤੋਂ ਲਗਭਗ ਅੱਧਾ ਕਿਲੋਮੀਟਰ ਦੂਰੀ 'ਤੇ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਅੱਧੀ ਸਦੀ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਲੱਖਾਂ ਹੀ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਅਸਥਾਨ ਦੀ ਸੇਵਾ ਸੰਭਾਲ ਕੀਤੀ। ਆਪ ਨੇ ਇਮਾਰਤਾਂ ਦੀ ਉਸਾਰੀ, ਲੰਗਰ ਦੀ ਸਾਂਭ ਸੰਭਾਲ, ਵਿਦਿਅਕ ਅਦਾਰੇ ਅਤੇ ਹਸਪਤਾਲ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲੀ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਜਨਮ 5 ਅਗਸਤ 1905 ਈਸਵੀ ਨੂੰ ਪਿੰਡ ਆਲੋਵਾਲ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਅਤੇ 26 ਅਗਸਤ 1975 ਨੂੰ ਵੁਲਰਹੈਂਪਟਨ, ਇੰਗਲੈਂਡ ਵਿਖੇ ਜੋਤੀ ਜੋਤ ਸਮਾਏ। ਸੰਤ ਬਾਬਾ ਕਿਸ਼ਨ ਸਿੰਘ ਜੀ ਦਾ ਜਨਮ 24 ਦਸੰਬਰ 1900 ਈਸਵੀ ਨੂੰ ਪਿੰਡ ਮਸੀਤਾਂ, ਜ਼ਿਲ੍ਹਾ ਸਿਰਸਾ, ਹਰਿਆਣਾ ਵਿਖੇ ਹੋਇਆ ਅਤੇ 1 ਜਨਵਰੀ 1990 ਈਸਵੀ ਨੂੰ ਰਾੜਾ ਸਾਹਿਬ ਵਿਖੇ ਜੋਤੀ ਜੋਤ ਸਮਾਏ। ਮੌਜੂਦਾ ਸਮੇਂ ਦੇ ਮਹਾਂਪੁਰਖਾਂ ਵਿੱਚ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਦਾ ਜਨਮ 17 ਜਨਵਰੀ 1927 ਈਸਵੀ ਨੂੰ ਪਿੰਡ ਪੋਹੀੜ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਓ ਵੇਖਦੇ ਹਾਂ ਗੁਰਤੇਜ ਸਿੰਘ ਥੂਹੀ ਦੀ ਇਹ ਪੂਰੀ ਰਿਪੋਰਟ। ਤੋਂ ਪਹਿਲਾਂ ਤਾਂ ਮੈਂ ਭਾਈ ਸਾਹਿਬ ਜੀ ਸਾਰੀ ਸੰਗਤ ਨੂੰ ਆਪ ਜੀ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾੜਾ ਸਾਹਿਬ ਬਾਰੇ ਜਾਂ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਇਕੱਲੇ ਆਪਾਂ ਨਹੀਂ, ਸਮੁੱਚੀ ਦੁਨੀਆ ਜਾਣਦੀ ਹੈ ਕਿ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਆਲੋਵਾਲ ਨਗਰ ਦਾ ਤੇ ਰਾੜਾ ਸਾਹਿਬ ਦਾ ਨਾਮ ਪੂਰੀ ਦੁਨੀਆ ਦੇ ਅੰਦਰ ਧਰੂਮ ਤਾਰੇ ਦੀ ਤਰ੍ਹਾਂ ਚਮਕਾਇਆ ਹੈ। ਔਰ ਜਿੱਥੇ ਉਹਨਾਂ ਨੇ ਆਪਣੀ ਪਹਿਲੀ ਛੋਟੀ ਉਮਰੇ ਪਿੰਡ ਆਲੋਵਾਲ ਵਿਖੇ ਗੁਜ਼ਾਰੀ, ਫਿਰ ਪੜ੍ਹਾਈ ਦਾ ਸਮਾਂ ਵਿੱਦਿਆ ਉਹਨਾਂ ਨੇ ਪਟਿਆਲੇ ਮਾਡਲ ਸਕੂਲ ਤੋਂ ਲਈ। ਉਸ ਤੋਂ ਅੱਗੇ ਜਾ ਕੇ ਉਹਨਾਂ ਨੂੰ ਸੰਤ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਦੀ ਸੰਗਤ ਪ੍ਰਾਪਤ ਹੋਈ। ਫਿਰ ਜਦੋਂ 1927 ਦੇ ਵਿੱਚ ਸੰਤ ਮਹਾਰਾਜ ਚੜ੍ਹਾਈ ਕਰ ਗਏ, ਫਿਰ ਹੌਲੀ ਹੌਲੀ ਕਰਕੇ ਉਹਨਾਂ ਨੇ ਰਾੜਾ ਸਾਹਿਬ ਦੀ ਢੱਕੀ ਨੂੰ ਭਾਗ ਦੋਨੇ ਮਹਾਂਪੁਰਸ਼ਾਂ ਨੇ ਇੱਥੇ ਆ ਕੇ ਲਾਏ। ਬੜਾ ਵੱਡਾ ਜੰਗਲ ਸੀ ਇੱਕ ਕਿਸਮ ਦਾ ਇਹ। ਜਦੋਂ ਸੰਤ ਮਹਾਰਾਜ ਇੱਥੇ ਆਏ ਨੇ, ਲੋਕੀ ਡਰਦੇ, ਦਿਨ ਵਿੱਚ ਵੀ ਇੱਥੋਂ ਦੀ ਨਹੀਂ ਲੰਘਦੇ, ਇੰਨਾ ਭਿਆਨਕ ਮਤਲਬ ਜੰਗਲ ਸੀਗਾ ਇਹ ਚਾਰੇ ਪਾਸੇ। ਪਰ ਜਦੋਂ ਤੋਂ ਸੰਤ ਮਹਾਰਾਜ ਇੱਥੇ ਚਰਨ ਪਾਏ, ਫਿਰ ਅੱਜ ਹੋਰ, ਕੱਲ੍ਹ ਹੋਰ, ਅਖੀਰ ਉਹਨਾਂ ਨੇ ਜ਼ਮੀਨ ਵੀ ਇਹ ਜਗ੍ਹਾ ਜਿਹੜੀ ਸੀ ਸਾਰੀ, ਕੁਛ ਸਾਰਾ ਗਿਆਨ ਸਿੰਘ ਰਾੜੇ ਤੋਂ, ਕੁਛ ਹੋਰ ਸੱਜਣਾ ਤੋਂ ਮੁੱਲ ਖਰੀਦ ਕੇ, ਕੁਛ ਬਾਅਦ ਦੇ ਵਿੱਚ ਲੋਕਾਂ ਨੇ ਫਿਰ ਦਾਨ ਵੀ ਦਿੱਤੀ। ਫਿਰ ਇਹ ਜਿਹੜੀ ਸਥਾਨ ਦੀ ਸਿਰਜਣਾ ਹੈ ਉਹ ਰਾੜਾ ਸਾਹਿਬ ਦੀ ਕਰਵਾਈ। ਜਿਵੇਂ ਪਹਿਲਾਂ ਸੰਤ ਮਹਾਰਾਜ ਇੱਕ ਖੂਹੀ
ਨਾਂ ਦਾ ਸਥਾਨ ਸਾਡੇ ਰਾੜਾ ਸਾਹਿਬ ਬਣਿਆ ਹੋਇਆ ਹੈ। ਉਸ ਸਥਾਨ ਤੇ ਆ ਕੇ ਮਹਾਰਾਜ ਬੈਠੇ ਸਨ। ਫਿਰ 1936 ਦੇ ਕਰੀਬ ਮਤਲਬ ਉੱਥੇ ਆ ਕੇ ਇਹਨਾਂ ਨੇ ਸਾਰੀ ਇਹ ਜਿਹੜੀ ਰਚਨਾ ਹੈ ਉਹਨੂੰ ਵਧਾਉਣਾ ਸ਼ੁਰੂ ਕੀਤਾ ਤੇ ਅੱਜ ਹੋਰ ਕੱਲ ਹੋਰ ਆ ਜਿਹੜਾ ਸੁੰਦਰ ਤੁਸੀਂ ਚਾਰੇ ਪਾਸੇ ਦੀਵਾਨ ਹਾਲ, ਲੰਗਰ ਹਾਲ, ਭੋਰਾ ਸਾਹਿਬ, ਬੜੀਆਂ ਵੱਡੀਆਂ ਵੱਡੀਆਂ ਇਮਾਰਤਾਂ, ਇੱਕ ਸਵਰਗ ਦੀ ਨਿਆਈ ਬਣਿਆ ਹੋਇਆ ਇਹ ਸਥਾਨ ਦੇਖ ਰਹੇ ਹੋ। ਇਹ ਸਾਰੀ ਦੀ ਸਾਰੀ ਦੇਣ ਮੈਂ ਸਮਝਦਾ ਕਿ ਵੱਡੇ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਔਰ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ, ਔਰ ਫਿਰ ਅੱਗੇ ਜਿਵੇਂ ਜਿਵੇਂ ਉਹਨਾਂ ਦੇ ਪੈਰੋਕਾਰ ਹੋਏ ਉਹਨਾਂ ਨੇ ਇਹ ਸਾਰੇ ਪਾਸੇ ਇੱਕ ਸਵਰਗ ਦੀ ਨਾਈ ਸਥਾਨ ਸਿਰਜਿਆ। ਬਾਰੇ ਜਾਣਨਾ ਚਾਹੋਗੇ? ਬਾਜੇ ਦੀ ਇੱਕ ਬੜੀ ਵਿਲੱਖਣ ਗੱਲ ਹੈ ਸੰਤ ਮਹਾਰਾਜਾਂ ਦੀ। ਜਿਵੇਂ ਨਾ ਆਪਾਂ ਕਹਿੰਦੇ ਹਾਂ ਵੀ ਕ੍ਰਿਸ਼ਨ ਭਗਵਾਨ ਵਰਗੀ ਬੰਸਰੀ ਨਹੀਂ ਕਿਸੇ ਨੇ ਵਜਾਈ, ਮਰਦਾਨਾ ਜੀ ਵਰਗੀ ਕਿਸੇ ਨੇ ਰਬਾਬ ਨਹੀਂ ਵਜਾਈ, ਔਰ ਇਹ ਗੱਲ ਬਿਲਕੁਲ ਸੱਚ ਹੈ ਕਿ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਵਰਗਾ ਜਿਹੜਾ ਬਾਜਾ ਹੈ ਔਰ ਕੀਰਤਨ ਹੈ ਆਪਣੀ ਆਪਣੀ ਜਗ੍ਹਾ ਸਭ ਠੀਕ ਨੇ, ਸਲਾਹੁਣਯੋਗ ਨੇ, ਪਰ ਉਹਨਾਂ ਨੇ ਬਗੈਰ ਕਿਤੇ ਕੋਈ ਚੀਜ਼ ਪ੍ਰਾਪਤ ਕੀਤਿਆਂ ਜਾਂ ਸਿੱਖਿਆ, ਇਹ ਪਰਮੇਸ਼ਰ ਦੀ, ਪ੍ਰਭੂ ਪਰਮਾਤਮਾ ਦੀ ਹੀ ਕਿਰਪਾ ਸੀ ਕਿ ਜਿਵੇਂ ਅੰਦਰੋਂ ਕੋਈ ਚੀਜ਼ ਫੁੱਟ ਫੁੱਟ ਕੇ ਬੋਲਦੀ ਹੈ। ਇਹ ਕੀਰਤਨ ਨੇ ਜਿਹੜੇ ਝੜੀਆਂ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ 50 ਸਾਲ ਲਾਈਆਂ, ਨਾ ਐਸਾ ਕਿਸੇ ਤੋਂ ਬਾਜਾ ਵੱਜਿਆ ਤੇ ਨਾ ਹੀ ਐਸਾ ਕੀਰਤਨ ਨਿਰਪੱਖ ਹੋ ਕੇ ਉਹਨਾਂ ਨੇ ਜਿਹੜਾ ਕੀਤਾ ਹੈ, ਕਿਉਂਕਿ ਨਿਰੋਲ ਬਾਣੀ ਦਾ ਪ੍ਰਚਾਰ ਉਹਨਾਂ ਨੇ ਸਾਰੀ ਜ਼ਿੰਦਗੀ ਕੀਤਾ ਹੈ। 50 ਸਾਲ ਤਕਰੀਬਨ ਲਗਾਤਾਰ ਉਹਨਾਂ ਨੇ ਬੜੀ ਨਿੱਘਰ ਪੰਥ ਦੀ ਸੇਵਾ ਕਰਕੇ 7.5 ਪੌਣੇ 8 ਲੱਖ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ, ਜਿਸ ਕਰਕੇ ਸਾਨੂੰ ਦੂਜੀ ਮਿਸਾਲ ਦੇਣ ਵਾਸਤੇ ਕੋਈ ਮਿਲਦੀ ਨਹੀਂ ਕਿ ਸੰਤ ਮਹਾਰਾਜ ਵਰਗਾ ਕਿਸੇ ਨੇ ਬਾਜਾ ਜਾਂ ਕੀਰਤਨ ਕੀਤਾ। ਜਿਹੜਾ ਭੋਰਾ ਸਾਹਿਬ ਦਾ ਸਥਾਨ ਹੈ, ਜਿਵੇਂ ਆਮ ਲੋਕੀ ਭੋਰਾ ਸਾਹਿਬ ਦੇ ਸਥਾਨਾਂ ਨੂੰ ਬੜਾ ਬਦਨਾਮ ਕਰਦੇ ਨੇ, ਪਰ ਜਿਹੜੇ ਸਾਧੂ ਜਿਨ੍ਹਾਂ ਨੇ ਭਜਨ ਸਿਮਰਨ ਕਰਨਾ ਹੁੰਦਾ ਹੈ ਅਕਸਰ ਉਹਨਾਂ ਨੇ ਇਹ ਸਾਰੀਆਂ ਜਗ੍ਹਾ ਇਕਾਂਤ ਬਣਾਈਆਂ ਹੁੰਦੀਆਂ ਨੇ। ਜਿਵੇਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਵੀ ਭੋਰਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ, ਬਾਬਾ ਬਕਾਲਾ ਦੀ ਧਰਤੀ ਦਾ। ਔਰ ਇਸੇ ਤਰ੍ਹਾਂ ਸੰਤ ਮਹਾਰਾਜ ਨੇ ਆਪਣੀ ਜਿਹੜੀ ਰਿਹਾਇਸ਼ ਗਾਹ ਸੀਗੀ ਉਹ ਇਸ ਜਗ੍ਹਾ ਤੇ ਬਣਾਈ ਹੋਈ ਸੀ, ਪਰ ਉਹਨਾਂ ਨੇ ਆਪਣੀ ਰਿਹਾਇਸ਼ ਦੇ ਨਾਲ ਨਾਲ ਇਹ ਭੋਰਾ ਸਾਹਿਬ ਦੇ ਵਿੱਚ ਇੱਕ ਐਸੀ ਥਾਂ ਭਗਤੀ ਕਰਨ ਵਾਸਤੇ ਬਣਾਈ ਸੀ ਜਿੱਥੇ ਜਾ ਕੇ ਭਗਤੀ ਦੇ ਸਮੇਂ ਜਦੋਂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਜੁੜਨਾ ਹੁੰਦਾ ਸੀਗਾ, ਉਹ ਫਿਰ ਉਸ ਥਾਂ ਤੇ ਜਾ ਕੇ ਇਕਾਂਤ ਦੇ ਵਿੱਚ ਬਹਿ ਕੇ ਜਿਹੜਾ ਸਿਮਰਨ ਕਰਦੇ ਸੀਗੇ। ਜਿਵੇਂ ਪਬਲਿਕ ਨੂੰ ਮਿਲਣਾ ਹੈ, ਧਾਰਮਿਕ ਗ੍ਰੰਥ ਪੜ੍ਹਨੇ ਨੇ, ਉਹ ਫਿਰ ਉਸੇ ਥਾਂ ਦੇ ਉੱਪਰ ਜਿਹੜਾ ਪਹਿਲਾ ਪੋਰਸ਼ਨ ਬਣਿਆ ਹੈ ਉੱਥੇ ਬੈਠ ਕੇ ਪਬਲਿਕ ਨੂੰ ਮਿਲਦੇ ਸੀ, ਜਾਂ ਫਿਰ ਜਿਹੜੀ ਰੈਜ਼ੀਡੈਂਸ ਉਹਨਾਂ ਦੀ ਰਿਹਾਇਸ਼ ਸੀਗੀ ਉਹ ਇਸੇ ਥਾਂ ਦੇ ਵਿੱਚ ਮਤਲਬ ਰਿਹਾਇਸ਼ ਰੱਖੀ ਹੋਈ ਸੀ। ਇੱਥੇ ਹੀ ਉਹਨਾਂ ਦਾ ਆਪਣਾ ਮਤਲਬ ਸੇਵਾ ਸਿਮਰਨ ਵਾਸਤੇ ਜਾਂ ਭਗਤੀ ਵਾਸਤੇ ਇਹ ਥਾਂ ਉਹਨਾਂ ਨੇ ਚੁਣਿਆ, ਜਿੱਥੇ ਸਾਰੀ ਉਮਰ ਉਹਨਾਂ ਨੇ ਇਸੇ ਥਾਂ ਤੇ ਹੀ ਰਿਹਾਇਸ਼ ਆਪਣੀ ਰੱਖੀ। ਬਾਅਦ ਦੇ ਵਿੱਚ ਬੇਸ਼ੱਕ ਜਗ੍ਹਾ ਕਾਫੀ ਅੱਛੇ ਤਰੀਕੇ ਨਾਲ ਹੋਰ ਉਹਦੇ ਵਿੱਚ ਅਮੈਂਡਮੈਂਟ ਕਰਕੇ ਡਿਵੈਲਪ ਕਰ ਦਿੱਤੀ ਗਈ ਹੈ, ਪਰ ਉਸ ਸਮੇਂ ਬੜੀ ਸਿੱਧੀ ਸਾਦੀ ਬਣੀ ਹੋਈ ਸੀ। ਪਰ ਸੰਤ ਮਹਾਰਾਜ ਨੇ ਭੋਰਾ ਸਾਹਿਬ ਦਾ ਨਾਂ ਫਿਰ ਇਹਦਾ ਇਸ ਇਮਾਰਤ ਦਾ ਪੈ ਗਿਆ, ਕਿਉਂਕਿ ਉਹਦੇ ਥੱਲੇ ਭੋਰਾ ਬਣਨ ਕਰਕੇ ਸੰਤ ਮਹਾਰਾਜ ਜਿਹੜਾ ਤਪ ਸਥਾਨ ਹੈ ਉਹ ਉਸ ਥਾਂ ਤੇ ਬਣਿਆ ਹੋਇਆ। ਜਿੱਥੋਂ ਤੱਕ ਅਗਰਾਹੀ ਦਾ ਸਵਾਲ ਹੈ ਜੀ, ਇਹ ਵੱਡਿਆਂ ਦਾ ਹੁਕਮ ਹੈ ਕਿ ਭਾਈ ਆਪਾਂ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਣਾ। ਇਹ ਗੁਰੂ ਨਾਨਕ ਦਾ ਲੰਗਰ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਆਪਾਂ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਣਾ। ਇਸੇ ਕਰਕੇ ਰਾੜਾ ਸਾਹਿਬ ਦਾ ਜਿਹੜਾ ਨਾਂ ਹੈ ਉਹ ਪੂਰੀ ਦੁਨੀਆ ਦੇ ਨਾਲ ਇਸ ਗੱਲ ਕਰਕੇ ਜਾਣਦੇ ਕਿ ਰਾੜਾ ਸਾਹਿਬ ਵਿਖੇ ਨਾ ਤਾਂ ਕਦੇ ਕੋਈ ਅਗਰਾਹੀ ਕੀਤੀ ਜਾਂਦੀ ਹੈ, ਨਾ ਕਦੇ ਕੋਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ, ਨਾ ਕਦੇ ਕੋਈ ਫੰਡ ਇਕੱਠਾ ਕੀਤਾ ਜਾਂਦਾ ਹੈ। ਇਹ ਜਿੰਨੇ ਕਾਰਜ ਤੁਸੀਂ ਵੱਡੇ ਵੱਡੇ ਕਾਰਜ ਚੱਲਦੇ ਦੇਖ ਰਹੇ ਹੋ, ਚਾਹੇ ਉਹ ਕਾਰ ਸੇਵਾ ਦੇ ਕਾਰਜ ਨੇ, ਸਕੂਲਾਂ ਹਸਪਤਾਲਾਂ ਦੇ ਕਾਰਜ ਨੇ, ਗੁਰੂ ਘਰ ਦੀਆਂ ਇਮਾਰਤਾਂ ਦੇ ਕਾਰਜ ਨੇ, ਲੰਗਰ ਦਾ ਵੱਡਾ ਇੱਕ ਬਹੁਤ ਵੱਡਾ ਖਰਚਾ ਹੈ, ਇਹ ਸਾਰੇ ਦੇ ਸਾਰੇ ਜਿਹੜੇ ਖਰਚੇ ਚੱਲ ਰਹੇ ਨੇ ਇਹ ਗੁਰੂ ਦੀ ਗੋਲਕ ਦੇ ਵਿੱਚੋਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਨੇ। ਪਰ ਸਾਡੇ ਵੱਲੋਂ, ਸਾਡੀ ਸੰਸਥਾ ਵੱਲੋਂ, ਸਾਡੇ ਸਥਾਨਾਂ ਵੱਲੋਂ ਕਦੇ ਵੀ ਕਿਸੇ ਰੂਪ ਦੇ ਵਿੱਚ ਨਾ ਸੰਗਤ ਤੋਂ ਮਾਇਆ ਇਕੱਠੀ ਕੀਤੀ ਜਾਂਦੀ ਹੈ ਤੇ ਨਾ ਹੀ ਮੰਗ ਕੇ ਕੋਈ ਗਰਾਹੀ ਇਕੱਠੀ ਕੀਤੀ ਜਾਂਦੀ ਹੈ। ਹਾਂ, ਕੋਈ ਆਪਣੀ ਮਰਜ਼ੀ ਜੋ ਮਰਜ਼ੀ ਗੋਲਕਾਂ 'ਚ ਪਾ ਜਾਂਦਾ ਹੈ, ਉਹ ਵੱਖਰੀ ਗੱਲ ਹੈ, ਪਰ ਸਾਡੇ ਵੱਲੋਂ ਕਦੇ ਕਿਸੇ ਕਿਸਮ ਦੀ ਕੋਈ ਮੰਗ ਨਹੀਂ ਕੀਤੀ ਜਾਂਦੀ। ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ
100 ਤੋਂ ਵੱਧ ਜ਼ਿਆਦਾ ਡੰਗਰ ਹਨ, ਜਿਨ੍ਹਾਂ ਦਾ ਸਾਰਾ ਹੀ ਦੁੱਧ ਗੁਰੂ ਕੇ ਲੰਗਰ ਦੇ ਵਿੱਚ ਵਰਤਿਆ ਜਾਂਦਾ ਹੈ। ਤਕਰੀਬਨ 10 ਕੁ ਕੁਇੰਟਲ ਰੋਜ਼ ਜਿਹੜਾ ਦੁੱਧ ਗਾਵਾਂ ਔਰ ਮੱਝੀਆਂ ਦਿੰਦੀਆਂ ਹਨ। ਸਾਰੇ ਦਾ ਸਾਰਾ ਗੁਰੂ ਕੇ ਲੰਗਰਾਂ ਦੇ ਵਿੱਚ, ਜਿੱਥੇ ਲੱਸੀ ਵੀ, ਚਾਹ ਵੀ, ਦੁੱਧ ਵੀ, ਹਰੇਕ ਬਾਹਰੋਂ ਆਏ ਪ੍ਰੇਮੀਆਂ ਨੂੰ, ਮੁਸਾਫਰਾਂ ਨੂੰ ਜਦੋਂ ਵੀ ਕੋਈ ਮਰਜ਼ੀ ਆ ਜਾਏ, ਉਸੇ ਵਕਤ ਗੁਰੂ ਕਾ ਲੰਗਰ ਵੀ ਤਿਆਰ ਕਰਾਇਆ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਸੰਗਤਾਂ ਕਰਕੇ ਛਕਦੀਆਂ ਨੇ। ਇੱਥੇ ਨਾ ਕੋਈ ਮੰਗ, ਨਾ ਅਪੀਲ, ਕੋਈ ਗਰਾਹੀ, ਹੋਰ ਤਾਂ ਕਹਿਣਾ ਕੀ ਹੈ। ਹੁਣ ਤੱਕ ਵੀ ਮਹਾਂਪੁਰਖਾਂ ਦੇ ਪਾਵਨ ਸਥਾਨ ਤੋਂ ਸੇਵਾਦਾਰ ਬਾਹਰ ਪਿੰਡਾਂ ਦੇ ਵਿੱਚ ਜਿਹੜੀ ਹੈ ਦੁੱਧ ਦੀ ਡਾਲੀ ਲੈ ਨਹੀਂ ਜਾਂਦਾ, ਭਾਵੇਂ ਸੰਗਤਾਂ ਆਪਣੇ ਆਪ ਸ਼ਰਧਾ ਭਾਵਨਾ ਦੇ ਨਾਲ ਬੜਾ ਦੁੱਧ ਗੁਰੂ ਕੇ ਲੰਗਰ ਦੇ ਵਿੱਚ ਲਿਆ ਕਰਕੇ ਸੇਵਾ ਕਰਦੀਆਂ ਨੇ। ਪਰ ਇਹ ਜਿਹੜਾ ਬਹੁਤ ਵੱਡਾ ਮਹਾਨ ਗੁਣ ਹੁਣ ਵੀ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਦੇਖਿਆ ਜਾ ਸਕਦਾ ਹੈ ਕਿ ਕੋਈ ਵੀ ਸੇਵਾਦਾਰ ਕਿਸੇ ਦੇ ਘਰੇ ਜਿਹੜਾ ਦੁੱਧ ਦੀ ਡਾਲੀ ਕਰਨ ਵਾਸਤੇ ਨਹੀਂ ਜਾਂਦਾ। ਗਾਵਾਂ, ਮੱਝੀਆਂ ਜੋ ਵੀ, ਕਈ ਦਫਾ ਦੁੱਧ ਘਟ ਵੀ ਜਾਂਦਾ, ਵੱਧ ਵੀ ਜਾਂਦਾ, ਸਾਰੇ ਦਾ ਸਾਰਾ ਇਹ ਗੁਰੂ ਕੇ ਲੰਗਰ ਦੇ ਵਿੱਚ ਵਰਤਦੇ ਹਨ। ਸੋ ਸੰਗਤਾਂ ਜਿੱਥੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ, ਤੇ ਉੱਥੇ ਬੜੇ ਜਿਹੜੇ ਪ੍ਰੇਮੀ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਬੜੀਆਂ ਮਾਈਆਂ ਲੰਗਰਾਂ ਦੇ ਵਿੱਚ ਆ ਕਰਕੇ ਸੇਵਾ ਕਰਦੀਆਂ ਨੇ। ਚਾਹੇ ਜੇਠ ਹੈ, ਹਾੜ ਹੈ, ਉਹ ਹੈ, ਮਾਘ ਹੈ, ਸੰਗਤਾਂ ਦੇ ਅੰਦਰ ਬੜਾ ਪ੍ਰੇਮ ਭਰਿਆ ਹੋਇਆ ਹੈ। ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਵਿੱਚ 2400 ਤੋਂ ਵੱਧ ਬੱਚੇ ਪੜ੍ਹ ਰਹੇ ਨੇ, ਔਰ ਇਹ ਬੜੇ ਪ੍ਰਾਊਡ ਨਾਲ ਮੈਂ ਦੱਸਦੀ ਹਾਂ ਕਿ ਜਿਹੜਾ ਆਪਣਾ ਸਕੂਲ ਹੈ ਇਹਦੇ ਵਿੱਚ ਬਹੁਤ ਵਧੀਆ ਐਕੈਡਮਿਕ ਚੱਲ ਰਿਹਾ। ਬਹੁਤ ਬੱਚਿਆਂ ਦੇ 90% ਤੋਂ ਉੱਪਰ ਮਾਰਕਸ ਆਏ ਹੈ। ਸਪੋਰਟਸ ਵਿੱਚ ਵੀ, ਫੁੱਟਬਾਲ ਵਿੱਚ, ਕ੍ਰਿਕਟ ਵਿੱਚ, ਬਾਸਕਟਬਾਲ ਵਿੱਚ ਬੱਚੇ ਬਹੁਤ ਵਧੀਆ ਕਰ ਰਹੇ ਨੇ। ਸਟੇਟ ਲੈਵਲ ਤੇ ਵੀ, ਨੈਸ਼ਨਲ ਲੈਵਲ ਤੇ ਵੀ, NCC ਵੀ, 에ਅਰ ਵਿੰਗ, ਆਰਮੀ ਵਿੰਗ, ਨੇਵਲ ਵਿੰਗ ਹੈ। ਔਰ ਇਹਦੇ ਨਾਲ ਬੱਚਿਆਂ ਨੂੰ ਵੈਲਿਊ ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ। ਜਿੱਥੇ ਸਿੱਖੀ ਪੂਰੀ ਸਿਖਾਈ ਜਾਂਦੀ ਹੈ, ਪਾਠ ਸਿਖਾਇਆ ਜਾਂਦਾ ਹੈ, ਉੱਥੇ ਨਾਲ ਨਾਲ ਹਾਊ ਟੂ ਸਰਵ ਦੀ ਹਿਊਮੈਨਿਟੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ, ਜੋ ਕਿ ਅੱਜ ਕੱਲ੍ਹ ਵੈਲਿਊ ਐਜੂਕੇਸ਼ਨ ਦੀ ਬਹੁਤ ਲੋੜ ਹੈ। ਸਾਰੇ ਸਟਾਫ, ਮੈਨੇਜਮੈਂਟ ਮਹਾਰਾਜ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ। ਔਰ ਜਿਹੜਾ ਹਸਪੀਟਲ ਹੈ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪੀਟਲ, ਉਹਦੇ ਵਿੱਚ ਉਹ ਚੈਰੀਟੇਬਲ ਹਸਪੀਟਲ ਹੈ, ਔਰ ਮਹਾਰਾਜ ਜੀ ਦੀ ਕਿਰਪਾ ਨਾਲ ਉੱਥੇ ਇੱਕ MD ਡਾਕਟਰ ਹੈ, MD ਮੈਡੀਸਿਨ, ਜੋ ਕਿ 24 ਘੰਟੇ ਦਵਾਈਆਂ ਦਿੰਦੇ, ਪੇਸ਼ੈਂਟਸ ਦੀ ਐਡਮਿਸ਼ਨ ਹੁੰਦੀ ਹੈ। ਉਹਦੇ ਨਾਲ ਨਾਲ EMOs ਵੀ ਹੈਗੇ ਹੈ, ਔਰ ਹੁਣ ਬਹੁਤ ਜਲਦੀ ਸਰਜਰੀ ਵੀ, ਗਾਇਨੇਕੋਲੋਜੀ ਵੀ, ਡੈਂਟਿਸਟਰੀ ਵੀ, ਆਈ ਆਪਥਮੋਲੋਜੀ ਵੀ, ਸਾਰਾ ਕੁਝ ਸ਼ੁਰੂ ਹੋ ਰਿਹਾ। ਔਰ ਇਹ ਸਾਰੀਆਂ ਸੰਗਤਾਂ ਦੀ ਸੇਵਾ ਲਈ ਇਹ ਮਹਾਰਾਜ ਜੀ ਦਾ ਉਪਰਾਲਾ, ਔਰ ਸਾਰੀ ਮੈਨੇਜਮੈਂਟ ਵੱਲੋਂ, ਮਹਾਰਾਜ ਜੀ ਵੱਲੋਂ ਸਾਰਿਆਂ ਦਾ ਸ਼ੁਕਰੀਆ ਕਿ ਇਹ ਸੰਗਤ ਦਾ ਪੈਸੇ ਜਿਹੜੇ ਕਿ ਸੰਗਤ ਦੀ ਸੇਵਾ ਲਈ ਲਾਏ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।